सत श्री अकाल सारिਆਂ ਨੂੰ जी। ਅਸੀਂ पंजाब फाइनेंशियल रूल ਦੀ इंट्रोडक्टरी सीरीज शुरू की हुई है। इस सीरीज के सारे लैक्चर तुसीं इस चैनल की प्लेलिस्ट विच जाके देख सकते हो। इस इंट्रोडक्टरी सीरीज ਨੂੰ कंटिन्यू रखते हुए ਅੱਜ ਅਸੀਂ पंजाब फाइनेंशियल रूल ਦਾ 16ਵਾਂ ਚੈਪਟਰ जो कि वाक्स है करांगे। इस चैप्टर ਨੂੰ भी पार्ट्स, सब पार्ट, रूल्स ਅਤੇ सब रूल्स ਵਿੱਚ डिवाइड किया गया है। इस चैप्टर ਦੇ 3 पार्ट ਹਨ। पहला पार्ट इंट्रोडक्टरी है, दूसरा पार्ट वर्क्स एग्जीक्यूटेड बाय सिविल ऑफिसर्स है। इस पार्ट ਨੂੰ फर्दर सब पार्ट्स ਵਿੱਚ डिवाइड किया गया है। सब पार्ट्स ਵਿੱਚ A सब पार्ट है क्लासिफिकेशन, B सब पार्ट है प्रोसीजर फॉर एग्जीक्यूशन ऑफ वर्क्स एंड द इंक्रिंग ऑफ एक्सपेंडिचर। इसका थर्ड पार्ट है पब्लिक बिल्डिंग एंड लैंड्स। दोस्तों इस वीडियो ਨੂੰ एग्जामिनेशन पॉइंट ऑफ व्यू ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। जब भी असी कोई रूल एक्सप्लेन करांगे ਤਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿ ਯਾਦ ਰੱਖਣਾ ਕਿ ਇਹ ਰੂਲ ਕਿਸ ਸੈਕਸ਼ਨ ਵਿੱਚ ਫਾਲ ਕਰ ਰਿਹਾ ਹੈ। ਐਗਜ਼ਾਮੀਨੇਸ਼ਨ ਪਰਪਸ ਦੇ ਲਈ ਕਾਫੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜਾ ਰੂਲ ਕਿਸ ਸੈਕਸ਼ਨ ਅਤੇ ਕਿਸ ਚੈਪਟਰ ਦੇ ਨਾਲ ਰਿਲੇਟ ਕਰਦਾ ਹੈ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਇਸ ਦੇ ਨਾਲ ਹੀ ਬੈਲ ਆਈਕਨ ਨੂੰ ਵੀ ਕਲਿੱਕ ਕਰ ਲਵੋ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਉਂਦੀ ਹੈ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਏ। ਅਸੀਂ ਤੁਹਾਨੂੰ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗਵਰਨਮੈਂਟ EMPLOYEES ਦੇ ਨਾਲ ਰਿਲੇਟਡ ਹਰ ਇੰਪੋਰਟੈਂਟ ਮੈਟਰਸ ਦੀ ਵੀਡੀਓ ਬਣਾਉਂਦੇ ਰਹਿੰਦੇ ਹਾਂ ਅਤੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਪੂਰੀ ਡਿਟੇਲ ਦੇ ਨਾਲ। ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਵੀਡੀਓ ਦੇ ਹੇਠਾਂ ਤੁਹਾਨੂੰ ਇੱਕ ਸਬਸਕ੍ਰਾਈਬ ਬਟਨ ਦਿਖੇਗਾ, ਉਸ ਤੇ ਕਲਿੱਕ ਕਰ ਲੈਣਾ ਅਤੇ ਇਸ ਦੇ ਨਾਲ ਹੀ ਸਬਸਕ੍ਰਾਈਬ ਬਟਨ ਦੇ ਨਾਲ ਬੈਲ ਆਈਕਨ ਦਿਖੇਗਾ। ਇਸ ਬੈਲ ਆਈਕਨ ਨੂੰ ਕਲਿੱਕ ਕਰਕੇ ਆਲ ਤੇ ਕਲਿੱਕ ਕਰ ਦੇਣਾ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ। ਇਸ ਚੈਪਟਰ ਦਾ ਫਰਸਟ ਪਾਰਟ ਇੰਟਰੋਡਕਟਰੀ ਹੈ। ਇਸ ਨੂੰ 16.1 ਅਤੇ ਰੂਲ 16.2 ਕਵਰ ਕਰਦੇ ਹਨ। ਰੂਲ 16.1 A ਵਿੱਚ ਲਿਖਿਆ ਗਿਆ ਹੈ ਕਿ ਡਿਪਾਰਟਮੈਂਟ ਆਫ ਫੋਰੈਸਟ ਵਿੱਚ ਹੋਣ ਵਾਲੇ ਕੰਮ ਤੋਂ ਇਲਾਵਾ ਅਤੇ ਕਿਸੇ ਬਿਲਡਿੰਗ ਨਾਲ ਸੰਬੰਧਿਤ ਕੰਮ ਜਿਸ ਦੀ ਵਰਤੋਂ ਸਿਵਲ ਵਿਭਾਗ ਕਰ ਰਿਹਾ ਹੈ ਅਤੇ ਉਸ ਕੋਲ ਹੀ ਇਸ ਬਿਲਡਿੰਗ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਹੋਵੇ, ਉਸ ਨਾਲ ਸੰਬੰਧਿਤ ਕੰਮ ਤੋਂ ਇਲਾਵਾ ਬਾਕੀ ਕੰਮ ਮੁੱਖ ਤੌਰ ਤੇ ਪਬਲਿਕ ਵਰਕ ਡਿਪਾਰਟਮੈਂਟ ਵੱਲੋਂ ਹੀ ਕੀਤੇ ਜਾਣੇ ਹੁੰਦੇ ਹਨ ਅਤੇ ਪਬਲਿਕ ਵਰਕ ਡਿਪਾਰਟਮੈਂਟ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਤੇ ਡਿਪਾਰਟਮੈਂਟ ਫਾਈਨੈਂਸ਼ੀਅਲ ਰੂਲ, ਪਬਲਿਕ ਵਰਕ ਡਿਪਾਰਟਮੈਂਟ ਕੋਡ ਅਤੇ ਅਕਾਊਂਟਿੰਗ ਕੋਡ ਵੋਲਿਊਮ 3 ਵਿੱਚ ਦਿੱਤੇ ਰੂਲਸ ਲਾਗੂ ਹੁੰਦੇ ਹਨ। ਇਸ ਚੈਪਟਰ ਦੇ ਹੇਠਾਂ ਨੋਟ ਵਿੱਚ ਦਿੱਤਾ ਗਿਆ ਹੈ ਕਿ ਜਿਹੜੇ ਕੰਮ ਪਬਲਿਕ ਵਰਕ ਡਿਪਾਰਟਮੈਂਟ ਵੱਲੋਂ ਕੀਤੇ ਜਾਂਦੇ ਹਨ ਉਹਨਾਂ ਨਾਲ ਸੰਬੰਧਿਤ ਐਡਮਿਨਿਸਟ੍ਰੇਟਿਵ ਅਪਰੂਵਲ ਅਤੇ ਟੈਕਨੀਕਲ ਸੈਂਕਸ਼ਨ ਜਿਹੜੀ ਅਥਾਰਟੀ ਦੇ ਸਕਦੀ ਹੈ ਉਹ ਡਿਪਾਰਟਮੈਂਟ ਫਾਈਨੈਂਸ਼ੀਅਲ ਰੂਲ ਦੇ ਚੈਪਟਰ 9 ਅਤੇ 10 ਵਿੱਚ ਦਿੱਤੀ ਗਈ ਹੈ। ਰੂਲ 16.1 B ਵਿੱਚ ਲਿਖਿਆ ਗਿਆ ਹੈ ਕਿ ਕੰਪੀਟੈਂਟ ਅਥਾਰਟੀ ਚਾਹੇ ਤਾਂ ਖੁਦ ਸ਼ਰਤਾਂ ਜੋ ਉਸ ਨੂੰ ਸਹੀ ਲੱਗਣ ਲਗਾ ਕੇ ਜਿਸ ਬਿਲਡਿੰਗ ਤੇ ਐਡਮਿਨਿਸਟ੍ਰੇਟਿਵ ਕੰਟਰੋਲ ਚਾਹੇ ਪਬਲਿਕ ਵਰਕ ਡਿਪਾਰਟਮੈਂਟ ਦਾ ਹੀ ਹੋਵੇ ਨਾਲ ਸੰਬੰਧਿਤ ਛੋਟੇ-ਮੋਟੇ ਕੰਮ ਕਿਸੇ ਸਿਵਲ ਵਿਭਾਗ ਦੇ ਅਧਿਕਾਰੀ ਨੂੰ ਵੀ ਕਰਵਾਉਣ ਲਈ ਦੇ ਸਕਦੀ ਹੈ। ਰੂਲ 16.1 C ਮੁਤਾबिक डिपार्टमेंट ऑफ फॉरेस्ट अपने सारे काम आप करवाਉਂਦਾ है। ਉਸ ਨੂੰ ਇਹ ਕੰਮ ਪਬਲਿਕ ਵਰਕ ਡਿਪਾਰਟਮੈਂਟ ਜਾਂ ਉਸ ਦੀ ਕਿਸੇ ਏਜੰਸੀ ਤੋਂ ਨਹੀਂ ਕਰਵਾਉਣੇ ਹੁੰਦੇ ਹਨ। ਡਿਪਾਰਟਮੈਂਟ ਆਫ ਫੋਰੈਸਟ ਦੇ ਕੰਮ ਕਰਵਾਉਣ ਨਾਲ ਸੰਬੰਧਿਤ ਡਿਟੇਲ ਵਿੱਚ ਰੂਲਸ ਪੰਜਾਬ ਫੋਰੈਸਟ ਮੈਨੂਅਲ ਵੋਲਿਊਮ 2 ਵਿੱਚ ਦਿੱਤੇ ਗਏ ਹਨ। ਰੂਲ 16.2 ਕਾਫੀ ਇੰਪੋਰਟੈਂਟ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਫਾਈਨਾਂਸ ਡਿਪਾਰਟਮੈਂਟ ਦੀ ਸਹਿਮਤੀ ਤੋਂ ਬਿਨਾਂ ਕੰਸਟਰਕਸ਼ਨ ਨਾਲ ਸੰਬੰਧਿਤ ਫੋਰੈਸਟ ਡਿਪਾਰਟਮੈਂਟ ਤੋਂ ਇਲਾਵਾ ਕਿਸੇ ਵੀ ਵਿਭਾਗ ਦਾ ਕੰਮ ਜਿਸ ਦੀ ਐਸਟੀਮੇਟਡ ਕੋਸਟ 10,000 ਤੋਂ ਜ਼ਿਆਦਾ ਹੈ ਸਿਰਫ ਪਬਲਿਕ ਵਰਕ ਡਿਪਾਰਟਮੈਂਟ ਰਾਹੀਂ ਹੀ ਕਰਵਾਇਆ ਜਾ ਸਕਦਾ ਹੈ। ਇਸ ਰੂਲ ਵਿੱਚ ਹੀ ਇਹ ਵੀ ਲਿਖਿਆ ਗਿਆ ਹੈ ਕਿ ਕਿਸੇ ਵਿਸ਼ੇਸ਼ ਕਾਰਨ ਕਰਕੇ ਜੇਕਰ ਇਹ ਕੰਮ PWD ਦੀ ਥਾਂ ਡਿਪਾਰਟਮੈਂਟਲ ਏਜੰਸੀ ਰਾਹੀਂ ਕਰਵਾਉਣਾ ਹੈ ਤਾਂ PWD ਤੋਂ ਐਡਵਾਈਸ ਲੈਣੀ ਹੁੰਦੀ ਹੈ ਕਿ ਇਹ ਕੰਮ ਡਿਪਾਰਟਮੈਂਟਲ ਏਜੰਸੀ ਤੋਂ ਕਰਵਾਉਣਾ ਸਹੀ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇੱਥੇ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ 10,000 ਤੋਂ ਜ਼ਿਆਦਾ ਅਨੁਮਾਨਿਤ ਕੀਮਤ ਵਾਲਾ ਕੰਮ ਸਿਵਲ ਡਿਪਾਰਟਮੈਂਟ ਵੱਲੋਂ PWD ਤੋਂ ਇਲਾਵਾ ਕਰਵਾਇਆ ਜਾਂਦਾ ਹੈ ਤਾਂ ਕਿਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਇਸ ਰੂਲ ਦੇ ਹੇਠਾਂ ਨੋਟ ਵਿੱਚ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਕੰਮ ਦੀ ਅਨੁਮਾਨਿਤ ਕੀਮਤ 10,000 ਤੋਂ ਜ਼ਿਆਦਾ ਨਹੀਂ ਹੈ ਅਤੇ ਜਿਸ ਕੰਮ ਲਈ ਵਿਭਾਗ ਦੇ ਮੁਖੀ ਕੋ ਖੁਦ ਕੰਮ ਕਰਵਾਉਣ ਦੀ ਅਥਾਰਟੀ ਹੈ ਉਹਨਾਂ ਤੇ ਇਹ ਰੂਲ ਲਾਗੂ ਨਹੀਂ ਹੋਣਗੇ, ਪਰ ਡਿਪਾਰਟਮੈਂਟ ਆਫ ਫਾਈਨਾਂਸ ਨੂੰ ਕੰਟਰੈਕਟ ਐਂਡ ਐਗਰੀਮੈਂਟ ਦੀ ਕਾਪੀ ਤਾਂ ਵੀ ਭੇਜਣੀ ਪਵੇਗੀ। ਇਸ ਚੈਪਟਰ ਦਾ ਸੈਕੰਡ ਪਾਰਟ ਵਰਕਸ ਐਗਜ਼ੀਕਿਊਟਡ ਬਾਈ ਸਿਵਲ ਆਫਿਸਰਸ ਹੈ। ਇਸ ਨੂੰ ਫਰਦਰ 2
सब पार्ट विच डिवाइड किया गया है। पहला सब पार्ट क्लासिफिकेशन है। इस दे विच रूल 16.3 काफी इंपोर्टेंट है। इस रूल विच लिखा गया है कि पैटी वर्क या कंस्ट्रक्शन दे केस विच खर्चा किस हैड नू चार्ज करना है। इत्थे एक गल दा खास ध्यान रखना कि यह रूल उन्हां केसेस नाल संबंधित हैं जिथे पैटी वर्क या कंस्ट्रक्शन दा काम सिविल डिपार्टमेंट दे ऑफिसर वालों ही करवाया गया है, चाहे एडमिनिस्ट्रेटिव कंट्रोल किसी भी डिपार्टमेंट कोल सी ਅਤੇ ਵਰਤੋਂ कोई भी डिपार्टमेंट कर रहा सी। इस दे लई तुसी अकाउंट कोड वॉल्यूम 1 ਦਾ आर्टिकल 33 भी रेफर कर सकते हो। स्क्रीन ते देखो ਤੁਹਾਨੂੰ एक परफॉर्मा नजर आ रहा है जिस विच लड़ी नंबर लिखा गया है। उस तो बाद डिपार्टमेंट ਦਾ नाम जिस कोल एडमिनिस्ट्रेटिव कंट्रोल है बिल्डिंग ਦਾ। थर्ड कॉलम ਦੇ ਵਿੱਚ ਬਿਲਡਿੰਗ ਨੂੰ ਵਰਤੋਂ ਲਈ ਸਿਵਲ ਵਿਭਾਗ ਨੂੰ ਦਿੱਤਾ ਗਿਆ ਹੈ ਜਾਂ ਨਹੀਂ ਸੰਬੰਧੀ ਦੱਸਿਆ ਗਿਆ ਹੈ ਅਤੇ ਲਾਸਟ ਕਾਲਮ ਵਿੱਚ ਖਰਚਾ ਜਿਸ ਵਿਭਾਗ ਨੂੰ ਚਾਰਜ ਕਰਨਾ ਹੁੰਦਾ ਹੈ। ਲੜੀ ਨੰਬਰ 1 ਤੇ ਦੇਖੋ ਬਿਲਡਿੰਗ ਜਿਸ ਦਾ ਐਡਮਿਨਿਸਟ੍ਰੇਟਿਵ ਕੰਟਰੋਲ PWD ਕੋਲ ਹੈ ਅਤੇ ਇਸ ਨੂੰ ਸਿਵਲ ਵਿਭਾਗ ਨੂੰ ਵਰਤੋਂ ਲਈ ਨਹੀਂ ਦਿੱਤਾ ਗਿਆ ਹੈ। ਇਸ ਦਾ ਖਰਚਾ PWD ਦੇ ਮੇਜਰ ਹੈਡ ਵਿੱਚ ਸੰਬੰਧਿਤ ਗ੍ਰਾਂਟ ਦੇ ਹੈਡ ਵਿੱਚ ਚਾਰਜ ਕੀਤਾ ਜਾਵੇਗਾ। ਲੜੀ ਨੰਬਰ 2 ਵਿੱਚ ਉਹ ਬਿਲਡਿੰਗ ਦਿੱਤੀ ਗਈ ਹੈ ਜਿਸ ਦਾ ਐਡਮਿਨਿਸਟ੍ਰੇਟਿਵ ਕੰਟਰੋਲ PWD ਕੋਲ ਹੈ ਪਰ ਉਸ ਬਿਲਡਿੰਗ ਨੂੰ ਸਿਵਲ ਵਿਭਾਗ ਨੂੰ ਵਰਤੋਂ ਲਈ ਦਿੱਤਾ ਗਿਆ ਹੈ। ਇਸ ਕੇਸ ਵਿੱਚ ਇਸ ਤੇ ਪੈਟੀ ਵਰਕ ਅਤੇ ਕੰਸਟਰਕਸ਼ਨ ਦਾ ਖਰਚਾ ਸਿਵਲ ਵਿਭਾਗ ਦੇ ਵਰਕ ਐਕਸਪੈਂਡੀਚਰ ਹੈਡ ਨੂੰ ਚਾਰਜ ਕੀਤਾ ਜਾਵੇਗਾ। ਲੜੀ ਨੰਬਰ 3 ਤੇ ਉਸ ਬਿਲਡਿੰਗ ਨਾਲ ਸੰਬੰਧਿਤ ਪੈਟੀ ਵਰਕ ਅਤੇ ਕੰਸਟਰਕਸ਼ਨ ਦਾ ਖਰਚਾ ਹੈ ਜਿਸ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਸਿਵਲ ਡਿਪਾਰਟਮੈਂਟ ਕੋਲ ਹੈ ਅਤੇ ਵਰਤੋਂ ਵੀ ਸਿਵਲ ਡਿਪਾਰਟਮੈਂਟ ਹੀ ਖੁਦ ਕਰ ਰਿਹਾ ਹੈ। ਇਸ ਕੇਸ ਵਿੱਚ ਵੀ ਇਸ ਦਾ ਖਰਚਾ ਸਿਵਲ ਵਿਭਾਗ ਦੇ ਵਰਕ ਐਕਸਪੈਂਡੀਚਰ ਹੈਡ ਵਿੱਚ ਹੀ ਚਾਰਜ ਕਰਨਾ ਹੁੰਦਾ ਹੈ। ਹੁਣ ਸੈਕੰਡ ਪਾਰਟ ਦਾ ਦੂਸਰਾ ਸਬ ਪਾਰਟ ਦੇਖਦੇ ਹਾਂ ਜੋ ਕਿ ਪ੍ਰੋਸੀਜਰ ਫॉर ਦੀ ਐਗਜ਼ੀਕਿਊਸ਼ਨ ਆਫ ਵਰਕਸ ਐਂਡ ਦੀ ਇਨਕਰਿੰਗ ਆਫ ਐਕਸਪੈਂਡੀਚਰ ਹੈ। ਇਸ ਵਿੱਚ ਸਭ ਤੋਂ ਪਹਿਲਾਂ ਨੋਟ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਰੂਲ ਜਾਂ ਆਰਡਰ ਨਾਲ ਹੋਰ ਉਪਬੰਧ ਨਹੀਂ ਕੀਤਾ ਗਿਆ ਹੈ ਤਾਂ ਐਡਮਿਨਿਸਟ੍ਰੇਟਿਵ ਕੰਟਰੋਲ ਦਾ ਮਤਲਬ ਕੰਸਟਰਕਸ਼ਨ ਮੇਨਟੇਨੈਂਸ ਅਤੇ ਅਪਕੀਪ ਆਫ ਬਿਲਡਿੰਗਸ ਅਤੇ ਫੰਡ ਦਾ ਪ੍ਰਬੰਧ ਆਦਿ ਦੀ ਜ਼ਿੰਮੇਵਾਰੀ ਮੰਨਿਆ ਜਾਂਦਾ ਹੈ। ਇਸ ਸਬ ਪਾਰਟ ਵਿੱਚ ਰੂਲ 16.4 ਤੋਂ ਲੈ ਕੇ 16.6 ਤੱਕ ਜੋ ਅਸੀਂ 16.3 ਵਿੱਚ ਕਲਾਸੀਫਿਕੇਸ਼ਨ ਰੀਡ ਕੀਤੀ ਸੀ ਉਸੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਰਿਲੇਟ ਕਰਦੇ ਹਨ। ਇਸ ਲਈ ਅਸੀਂ ਇਸ ਨੂੰ ਕੰਪਾਈਲ ਕੀਤਾ ਹੈ। ਤੁਸੀਂ ਸਕਰੀਨ ਤੇ ਇਸ ਦਾ ਪਰਫਾਰਮਾ ਦੇਖ ਸਕਦੇ ਹੋ ਜੋ ਅਸੀਂ 16.3 ਵਿੱਚ ਰੀਡ ਕੀਤਾ ਸੀ। ਅਸੀਂ ਉਹੀ ਕੈਟਾਗਰੀਜ਼ 1 2 3 ਬਿਲਡਿੰਗਸ ਜਿਨ੍ਹਾਂ ਤੇ ਪੈਟੀ ਵਰਕਸ ਕੰਸਟਰਕਸ਼ਨ ਦਾ ਕੰਮ ਸਿਵਲ ਆਫੀਸਰ ਵੱਲੋਂ ਕੀਤਾ ਸੀ ਅਤੇ ਐਡਮਿਨਿਸਟ੍ਰੇਟਿਵ ਕੰਟਰੋਲ ਕਿਸ ਡਿਪਾਰਟਮੈਂਟ ਦਾ ਸੀ ਅਤੇ ਵਰਤੋਂ ਕਿਸ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਲਿਖ ਦਿੱਤਾ ਹੋਇਆ ਹੈ। ਲੜੀ ਨੰਬਰ 1 ਦੇ ਕੇਸ ਵਿੱਚ ਜਿਸ ਵਿੱਚ ਕਿ ਐਡਮਿਨਿਸਟ੍ਰੇਟਿਵ ਕੰਟਰੋਲ PWD ਕੋਲ ਹੈ ਅਤੇ ਵਰਤੋਂ ਸਿਵਲ ਡਿਪਾਰਟਮੈਂਟ ਨਹੀਂ ਕਰ ਰਿਹਾ ਹੈ ਦੇ ਸੰਬੰਧ ਵਿੱਚ ਰੂਲ 16.4 ਲਿਖਦਾ ਹੈ ਕਿ ਇਸ ਕੇਸ ਵਿੱਚ ਸਿਵਲ ਅਧਿਕਾਰੀ PWD ਦੇ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ। ਲੜੀ ਨੰਬਰ 2 ਵਿੱਚ ਬਿਲਡਿੰਗ ਦਾ ਐਡਮਿਨਿਸਟ੍ਰੇਟਿਵ ਕੰਟਰੋਲ PWD ਕੋਲ ਹੈ ਅਤੇ ਬਿਲਡਿੰਗ ਦੀ ਵਰਤੋਂ ਸਿਵਲ ਡਿਪਾਰਟਮੈਂਟ ਕਰ ਰਿਹਾ ਹੈ। ਇਸ ਕੇਸ ਦੇ ਸੰਬੰਧ ਵਿੱਚ ਰੂਲ 16.5A ਲਿਖਦਾ ਹੈ ਕਿ ਸਾਰੀ ਜ਼ਿੰਮੇਵਾਰੀ ਸਿਵਲ ਅਧਿਕਾਰੀ ਦੀ ਹੋਵੇਗੀ ਅਤੇ AG ਪੰਜਾਬ ਵੱਲੋਂ ਇਸ ਦੇ ਖਰਚੇ ਸੰਬੰਧੀ ਪ੍ਰੋਸੀਜਰ ਨਿਰਧਾਰਿਤ ਕੀਤਾ ਜਾਂਦਾ ਹੈ। ਅਕਾਊਂਟ ਕੋਡ ਵੋਲਿਊਮ 3 ਡਿਪਾਰਟਮੈਂਟਲ ਫਾਈਨੈਂਸ਼ੀਅਲ ਰੂਲ ਅਤੇ ਅਕਾਊਂਟ ਕੋਡ ਵੋਲਿਊਮ 3 ਦਾ ਆਰਟੀਕਲ 4 ਅਤੇ ਅਪੈਂਡਿਕਸ 14 ਦੀ ਰੈਫਰੈਂਸ ਵੀ ਇਸ ਰੂਲ ਵਿੱਚ ਦਿੱਤੀ ਗਈ ਹੈ। ਲੜੀ ਨੰਬਰ 3 ਵਿੱਚ ਬਿਲਡਿੰਗ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਸਿਵਲ ਡਿਪਾਰਟਮੈਂਟ ਕੋਲ ਹੈ ਅਤੇ ਵਰਤੋਂ ਵੀ ਸਿਵਲ ਡਿਪਾਰਟਮੈਂਟ ਕਰ ਰਿਹਾ ਹੈ। ਇਸ ਦੇ ਸੰਬੰਧ ਵਿੱਚ ਰੂਲ 16.6 ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਲਿਖਦਾ ਹੈ ਕਿ ਜਿੱਥੇ ਖਰਚਾ 5000 ਤੋਂ ਜ਼ਿਆਦਾ ਨਹੀਂ ਹੈ ਉੱਥੇ ਕੰਟਿੰਜੈਂਟ ਚਾਰजेस ਦੇ ਰੂਲ ਲਾਗੂ ਹੋਣਗੇ। 5000 ਤੋਂ ਜ਼ਿਆਦਾ ਖਰਚੇ ਲਈ ਜੋ ਪ੍ਰੋਸੀਜਰ PWD ਵਿਖੇ ਵਰਕ ਐਕਸਪੈਂਡੀਚਰ ਲਈ ਹੁੰਦਾ ਹੈ ਉਹੀ ਅਪਣਾਇਆ ਜਾਂਦਾ ਹੈ। ਤਾਂ ਦੋਸਤੋ ਇਸ ਰੂਲ ਵਿੱਚ ਤੁਸੀਂ 5000 ਵਾਲੀ ਲਿਮਿਟ ਨੂੰ ਖਾਸ ਧਿਆਨ ਵਿੱਚ ਰੱਖਣਾ। 5000 ਤੱਕ ਦੇ ਖਰਚੇ ਤੇ ਕੰਟਿੰਜੈਂਸੀ ਰੂਲਸ ਹੀ ਲਾਗੂ ਹੋਣਗੇ ਅਤੇ ਉਸ ਤੋਂ ਉੱਪਰ ਵਾਲੇ ਖਰਚੇ ਲਈ PWD ਵਿਖੇ ਜੋ ਰੂਲ ਲਾਗੂ ਹੁੰਦੇ ਹਨ ਉਹ ਵਾਲੇ ਰੂਲ ਇੰਪਲੀਮੈਂਟ ਕੀਤੇ ਜਾਣੇ ਹਨ। ਰੂਲ 16.5A ਦੇ ਹੇਠਾਂ ਨੋਟ ਵਿੱਚ ਲਿਖਿਆ ਗਿਆ ਹੈ ਕਿ ਜਦ ਕੰਮ ਸਿਵਲ ਅਧਿਕਾਰੀ ਨੇ ਕਰਨਾ ਹੁੰਦਾ ਹੈ ਤਾਂ ਇਸ ਦੇ ਲਈ ਰੂਲਸ ਡਿਪਾਰਟਮੈਂਟ ਦੇ ਆਪਣੇ ਰੂਲਸ ਜਾਂ ਕੰਮ ਸੰਬੰਧੀ ਆਰਡਰ ਵਿੱਚ ਵਿਭਾਗ ਵੱਲੋਂ ਲਿਖੇ ਜਾਂਦੇ ਹਨ। ਰੂਲ 16.5B ਵਿੱਚ ਲਿਖਿਆ ਗਿਆ ਹੈ ਕਿ ਹਰ ਕੰਮ ਦੇ ਲਈ ਡਿਟੇਲਡ ਡਿਜ਼ਾਈਨ ਅਤੇ ਐਸਟੀਮੇਟ ਬਣਾਉਣਾ ਹੁੰਦਾ ਹੈ ਅਤੇ ਇਸ ਦੀ ਐਡਮਿਨਿਸਟ੍ਰੇਟਿਵ ਅਪਰੂਵਲ ਅਤੇ ਟੈਕਨੀਕਲ ਸੈਂਕਸ਼ਨ ਲੈਣਾ ਜ਼ਰੂਰੀ ਹੁੰਦਾ ਹੈ। ਇਸ ਰੂਲ ਦੇ ਹੇਠਾਂ ਦਿੱਤਾ ਨੋਟ ਕਾਫੀ ਇੰਪੋਰਟੈਂਟ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਕੁਝ ਪੈਟੀ ਵਰਕ ਜੋ ਕਿ ਰੂਲ 19.12 ਵਿੱਚ ਦਿੱਤੇ ਗਏ ਹਨ ਦੀ ਐਡਮਿਨਿਸਟ੍ਰੇਟਿਵ ਅਪਰੂਵਲ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਚੈਪਟਰ ਦਾ ਥਰਡ ਪਾਰਟ ਪਬਲਿਕ ਬਿਲਡਿੰਗਸ ਐਂਡ ਲੈਂਡਸ ਹੈ ਜਿਸ ਨੂੰ ਰੂਲ 16.7 ਕਵਰ ਕਰਦਾ ਹੈ।
ਰੂਲ 16.7A ਵਿੱਚ ਲਿਖਿਆ ਗਿਆ ਹੈ ਕਿ ਕੰਪੀਟੈਂਟ ਅਥਾਰਟੀ ਦੀ ਸੈਂਕਸ਼ਨ ਤੋਂ ਬਿਨਾਂ ਕਿਸੇ ਵੀ ਪਬਲਿਕ ਬਿਲਡਿੰਗ ਨੂੰ ਖਰੀਦਿਆ, ਵੇਚਿਆ ਜਾਂ ਤੋੜਿਆ ਨਹੀਂ ਜਾ ਸਕਦਾ। ਇਹ ਰੂਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਸ ਲਈ ਇਸ ਨੂੰ ਖਾਸ ਧਿਆਨ ਵਿੱਚ ਰੱਖਣਾ। ਇਸ ਦੇ ਨਾਲ ਹੀ ਇਸ ਰੂਲ ਵਿੱਚ ਲਿਖਿਆ ਗਿਆ ਹੈ ਕਿ ਜਦ ਬਿਲਡਿੰਗ ਸਿਵਲ ਡਿਪਾਰਟਮੈਂਟ ਮੇਨਟੇਨ ਕਰ ਰਿਹਾ ਹੁੰਦਾ ਹੈ ਤਾਂ ਫਰਨੀਚਰ ਐਂਡ ਫਿਕਸਚਰ, ਸੇਲ, ਪਰਚੇਜ਼, ਹਾਇਰ ਆਫ ਆਫਿਸ ਅਕੋਮੋਡੇਸ਼ਨ, use of building by auxiliary for register of buildings, residence for government employees ਨਾਲ ਸੰਬੰਧਿਤ ਸਾਰੇ ਰੂਲਸ ਪਬਲਿਕ ਵਰਕ ਕੋਡ ਅਤੇ ਡਿਪਾਰਟਮੈਂਟਲ ਫਾਈਨੈਂਸ਼ੀਅਲ ਰੂਲ ਵਾਲੇ ਹੀ ਲਾਗੂ ਹੋਣਗੇ। ਰੂਲ 16.7B ਵੀ ਕਾਫੀ ਇੰਪੋਰਟੈਂਟ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਸਿਰਫ ਕੰਪੀਟੈਂਟ ਅਥਾਰਟੀ ਦੀ ਸੈਂਕਸ਼ਨ ਤੋਂ ਬਾਅਦ ਹੀ ਗਵਰਨਮੈਂਟ ਲੈਂਡ ਜਾਂ ਇਮੂਵੇਬਲ ਪ੍ਰਾਪਰਟੀ ਵੇਚੀ ਜਾਂ ਕਿਸੇ ਲੋਕਲ ਅਥਾਰਟੀ ਨੂੰ ਪਬਲਿਕ, ਰਿਲੀਜੀਅਸ ਜਾਂ ਐਜੂਕੇਸ਼ਨਲ ਕੰਮ ਲਈ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਰੂਲ ਵਿੱਚ ਲਿਖਿਆ ਗਿਆ ਹੈ ਕਿ ਇਸ ਸੰਬੰਧੀ ਡਿਟੇਲ ਰੂਲਸ PWD ਕੋਡ ਅਤੇ ਪੰਜਾਬ ਫਾਈਨੈਂਸ਼ੀਅਲ ਰੂਲ ਵੋਲਿਊਮ 2 ਦੇ ਅਪੈਂਡਿਕਸ 12 ਵਿੱਚ ਦਿੱਤੇ ਗਏ ਹਨ। ਇਸ ਪਾਰਟ ਦਾ ਅਤੇ ਚੈਪਟਰ ਦਾ ਲਾਸਟ ਰੂਲ 16.7C ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਇੱਕ ਵਿਭਾਗ ਤੋਂ ਦੂਸਰੇ ਵਿਭਾਗ ਨੂੰ ਲੈਂਡ ਜਾਂ ਬਿਲਡਿੰਗ ਫ੍ਰੀ ਆਫ ਚਾਰਜ ਟ੍ਰਾਂਸਫਰ ਕੀਤੀ ਜਾਣੀ ਹੁੰਦੀ ਹੈ। ਪਰ ਇਹ ਰੂਲ ਹਰ ਡਿਪਾਰਟਮੈਂਟ ਤੇ ਇਸ ਤਰ੍ਹਾਂ ਲਾਗੂ ਨਹੀਂ ਹੁੰਦਾ ਹੈ। ਇਸ ਵਿੱਚ ਕੁਝ ਕੰਡੀਸ਼ਨਸ ਲਗਾਈਆਂ ਗਈਆਂ ਹਨ। ਇਸ ਦੇ ਲਈ ਤੁਸੀਂ ਸਕਰੀਨ ਤੇ ਇੱਕ ਟੇਬਲ ਦੇਖ ਸਕਦੇ ਹੋ ਜਿਸ ਦੇ ਵਿੱਚ ਲੜੀ ਨੰਬਰ, ਪਾਰਟੀਆਂ ਜਿਨ੍ਹਾਂ ਵਿਚਕਾਰ ਲੈਂਡ ਜਾਂ ਬਿਲਡਿੰਗ ਦੀ ਟ੍ਰਾਂਸਫਰ ਹੋ ਰਹੀ ਹੈ। ਥਰਡ ਕਾਲਮ ਵਿੱਚ ਲਿਖਿਆ ਗਿਆ ਹੈ ਕਿ ਲੈਂਡ ਜਾਂ ਬਿਲਡਿੰਗ ਦੀ ਟ੍ਰਾਂਸਫਰ ਅਤੇ ਲਾਸਟ ਕਾਲਮ ਵਿੱਚ ਲਿਖਿਆ ਗਿਆ ਹੈ ਕਿ ਕਿੰਨੀ ਅਮਾਉਂਟ ਚਾਰਜ ਕਰਨੀ ਹੈ ਜਾਂ ਚਾਰਜ ਨਹੀਂ ਕਰਨੀ ਹੈ। ਇਸ ਟੇਬਲ ਦੇ ਲੜੀ ਨੰਬਰ 1 ਵਿੱਚ ਦੱਸਿਆ ਗਿਆ ਹੈ ਕਿ PWD ਦੇ ਪਬਲਿਕ ਵਰਕ ਡਿਪਾਰਟਮੈਂਟ ਦੇ ਇਰੀਗੇਸ਼ਨ ਬ੍ਰਾਂਚ ਤੋਂ ਇਲਾਵਾ ਗਵਰਨਮੈਂਟ ਡਿਪਾਰਟਮੈਂਟਸ ਵਿੱਚ ਲੈਂਡ ਜਾਂ ਬਿਲਡਿੰਗ ਦੀ ਟ੍ਰਾਂਸਫਰ ਫ੍ਰੀ ਆਫ ਚਾਰਜ ਕੀਤੀ ਜਾ ਸਕਦੀ ਹੈ। ਲੜੀ ਨੰਬਰ 2 ਵਿੱਚ ਦੱਸਿਆ ਗਿਆ ਹੈ ਕਿ ਪਬਲਿਕ ਵਰਕ ਡਿਪਾਰਟਮੈਂਟ ਦੀ ਇਰੀਗੇਸ਼ਨ ਬ੍ਰਾਂਚ ਵੱਲੋਂ ਜਾਂ ਇਰੀਗੇਸ਼ਨ ਬ੍ਰਾਂਚ ਨੂੰ ਜਦ ਵੀ ਲੈਂਡ ਜਾਂ ਬਿਲਡਿੰਗ ਟ੍ਰਾਂਸਫਰ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਫੁੱਲ ਮਾਰਕੀਟ ਵੈਲਿਊ ਚਾਰਜ ਕਰਨੀ ਹੁੰਦੀ ਹੈ। ਲੜੀ ਨੰਬਰ 3 ਵਿੱਚ ਗਵਰਨਮੈਂਟ ਡਿਪਾਰਟਮੈਂਟ ਅਤੇ ਕਮਰਸ਼ੀਅਲ ਡਿਪਾਰਟਮੈਂਟ ਦੋ ਪਾਰਟੀਆਂ ਹਨ ਜਿਨ੍ਹਾਂ ਵਿਚਕਾਰ ਸਿਰਫ ਲੈਂਡ ਦੀ ट्रांसफर की जा रही है। इस केस विच बुक वैल्यू ਜਾਂ मार्केट वैल्यू जो भी घट होवे ਉਹ चार्ज करनी ਹੁੰਦੀ है। जेकर बुक वैल्यू 0 ਹੁੰਦੀ है ਤਾਂ कुछ भी अमाउंट चार्ज नहीं करनी ਹੁੰਦੀ है। लड़ी नंबर 4 ਵਿੱਚ गवर्नमेंट डिपार्टमेंट ਅਤੇ कमर्शियल डिपार्टमेंट पार्टीज ਹਨ पर ਇਹਨਾਂ ਵਿਚਕਾਰ ਬਿਲਡਿੰਗਸ ਦੀ ट्रांसफर ਬਾਰੇ ਲਿਖਿਆ ਗਿਆ ਹੈ। ਇਸ ਕੇਸ ਵਿੱਚ ਸਿਰਫ ਤੇ ਸਿਰਫ बुक वैल्यू ही चार्ज करनी ਹੁੰਦੀ है। मार्केट वैल्यू ਨੂੰ ਕੰਸੀਡਰ ਨਹੀਂ ਕਰਨਾ ਹੁੰਦਾ ਹੈ ਬਿਲਡਿੰਗ ਦੇ ਕੇਸ ਵਿੱਚ। ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਏਗੀ। अगर पसंद आई है तो इसनू लाइक करना ते दोस्तां नाल भी शेयर जरूर करना। इस दे नाल ही अगर इस चैनल ते तुसी पहली बार वीडियो देख रहे हो तो इस चैनल नू सबसक्राइब भी जरूर करना। थैंक यू सो मच।